बहुत सारे लोग ਈਸੋਫੇਜੀਅਲ ਅਲਸਰਸ ਜਾਂ ਗੜ ਦੀ ਪ੍ਰੋਬਲਮ ਦੇ ਨਾਲ ਦੁਖੀ ਨੇ। ਖਾਣਾ ਬਾਰ-ਬਾਰ ਉੱਪਰ ਨੂੰ ਆਉਂਦਾ ਆ, ਰੀਫਲਕਸ ਹੁੰਦਾ, ਖਾਣਾ ਖਾਣ ਲੱਗੇ ਬੜੀਆਂ ਪਰੇਸ਼ਾਨੀਆਂ ਹੁੰਦੀਆਂ, ਬਲੋਟਿੰਗ, ਇੰਡਾਈਜੈਸ਼ਨ, ਛਾਤੀ ਵਿੱਚ ਜਲਨ ਤੇ ਦਰਦ, ਖੱਟੇ ਟਕਾਰ ਹੋਣੇ। ਲੇਕਿਨ ਸਾਨੂੰ ਇਹਦਾ ਸਹੀ ਇਲਾਜ ਨਹੀਂ ਪਤਾ। ਅਸੀਂ ਡਾਕਟਰ ਕੋਲ ਜਾਂਦੇ ਹਾਂ, ਮੈਡੀਸਨ ਲੈਂਦੇ ਹਾਂ, ਸੋਚਦੇ ਹਾਂ ਕਿ ਸਾਡਾ ਕੰਮ ਖਤਮ ਹੋ ਗਿਆ, ਬਟ ਖਤਮ ਨਹੀਂ ਹੋਇਆ। ਜਿੰਨੀ ਦੇਰ ਤੱਕ ਤੁਸੀਂ ਆਪਣੀ ਡਾਈਟ ਨੂੰ ਠੀਕ ਨਹੀਂ ਕਰੋਗੇ, ਤੁਹਾਡੀ ਗਰਡ ਦੀ ਜਾਂ ਈਸੋਫੇਜੀਅਲ ਅਲਸਰ ਦੀ ਯਾਨੀ ਕਿ ਖਾਣੇ ਦੇ ਪਾਈਪ 'ਚ ਹੋਣ ਵਾਲੇ ਅਲਸਰ ਦੀ ਪ੍ਰੋਬਲਮ ਠੀਕ ਨਹੀਂ ਹੋਏਗੀ। ਇਸੇ ਟੌਪਿਕ ਦੇ ਉੱਪਰ ਆਪਾਂ ਅੱਜ ਦੀ ਵੀਡੀਓ ਬਣਾਵਾਂਗੇ। ਇਹ ਵੀਡੀਓ ਦੋ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਬਣਾਈ ਜਾਊਗੀ, ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਤੇ ਇਸ ਵੀਡੀਓ ਈਸੋਫੇਜੀਅਲ ਰੀਫਲਕਸ ਡਿਜ਼ੀਜ਼ यानी कि ਗਰਡ ਤੇ ਈਸੋਫੇਗਸ ਅਲਸਰ यानी कि ਖਾਣੇ ਵਾਲੀ ਨਾਲੀ ਵਿੱਚ ਹੋਣ ਵਾਲੇ ਛਾਲੇ। ਇਹਨਾਂ ਦੀ ਪ੍ਰੋਬਲਮ ਨੂੰ ਸਮਝਣ ਤੋਂ ਪਹਿਲਾਂ ਇੱਕ ਚੀਜ਼ ਸਾਨੂੰ ਕਲੀਅਰ ਕਰਨੀ ਚਾਹੀਦੀ ਕਿ ਅਗਰ ਸਾਡੇ ਪੇਟ ਦੀ ਬਣਤਰ ਵਾਂਗੂ ਹੀ ਸਾਡੇ ਖਾਣੇ ਦੇ ਪਾਈਪ ਦੀ ਜਿਹੜੀ ਈਸੋਫੇਗਸ ਆ, ਅਗਰ ਉਹਦੀ ਬਣਤਰ ਵੀ ਉਸੇ ਤਰੀਕੇ ਦੀ ਹੁੰਦੀ ਤੇ ਸਾਨੂੰ ਕਦੀ ਇਸ ਪ੍ਰੋਬਲਮ ਦਾ ਹੋ ਸਕਦਾ ਸੀ ਸਾਹਮਣਾ ਕਰਨਾ ਹੀ ਨਹੀਂ ਪੈਂਦਾ। ਲੇਕਿਨ ਅਨੈਟਮਿਕਲੀ ਕੁਦਰਤੀ ਇਹਦੇ ਵਿੱਚ ਇੱਕ ਬਹੁਤ ਵੱਡਾ ਅੰਤਰ ਆ, ਜਿਹਦੇ ਕਰਕੇ ਸਾਨੂੰ ਗਰਡ ਦੀ ਪ੍ਰੋਬਲਮ ਜਾਂ ਖਾਣੇ ਦੀ ਪਾਈਪ 'ਚ ਛਾਲੇ ਹੁੰਦੇ ਨੇ। ਸੋ ਇੱਕ ਹੀ ਅੰਤਰ ਆ ਕਿ ਸਾਡਾ ਪੇਟ ਜਿਹੜਾ ਆ ਉਹਦੇ ਵਿੱਚ ਬਹੁਤ ਸਟਰੋਂਗ ਐਸਿਡ ਆ। ਉਸ ਐਸਿਡ ਤੋਂ ਪੇਟ ਨੂੰ ਬਚਾਉਣ ਲਈ ਪੇਟ ਦੇ ਆਲੇ ਦੁਆਲੇ ਇੱਕ ਮਿਊਕਸ ਦੀ ਲਾਈਨਿੰਗ ਆ, ਜੋ ਉਸ ਐਸਿਡ ਤੋਂ ਸਿਰਫ ਖਾਣੇ ਨੂੰ ਗਾਲਣ ਦੇ ਕੰਮ ਆਉਂਦੀ ਆ, ਲੇਕਿਨ ਸਾਡੇ ਸਰੀਰ ਨੂੰ ਨੁਕਸਾਨ ਉਹ ਤੇਜ਼ਾਬ ਜਿਹੜਾ ਆ ਨਹੀਂ ਕਰਦਾ। ਇਹ ਮਿਊਕਸ ਦੀ ਲਾਈਨਿੰਗ ਜਿਹੜੀ ਪੇਟ ਨੂੰ ਬਚਾਉਂਦੀ ਆ, ਇਹ ਸਾਡੇ ਖਾਣੇ ਵਾਲੇ ਪਾਈਪ ਦੇ ਵਿੱਚ ਨਹੀਂ ਹੈਗੀ, ਇਹ ਉਹਦੇ ਵਿੱਚੋਂ ਐਬਸੈਂਟ ਆ। ਸਾਡੇ ਖਾਣੇ ਵਾਲੇ ਪਾਈਪ ਦੇ ਵਿੱਚ ਕੋਈ ਵੀ ਈਸੋਫੇਗਸ 'ਚ ਕੋਈ ਵੀ ਐਸੀ ਪ੍ਰੋਟੈਕਸ਼ਨ ਵਾਲੀ ਲੇਅਰ ਨਹੀਂ ਹੈਗੀ ਜਿਹੜੀ ਐਸਿਡ ਤੋਂ ਸਾਡੇ ਮਾਸ ਨੂੰ, ਈਸੋਫੇਗਸ ਦੇ ਅੰਦਰਲੇ ਜਿਹੜੇ ਟਿਸ਼ੂ ਆ ਉਹਨਾਂ ਨੂੰ ਬਚਾ ਸਕੇ। ਸੋ ਬਾਕੀ ਦੀ ਜਾਣਕਾਰੀ ਵਾਸਤੇ ਆਓ ਤੁਹਾਨੂੰ ਪ੍ਰੈਜੈਂਟੇਸ਼ਨ ਦੇ ਨਾਲ ਜੋੜੀਏ ਤੇ ਤੁਸੀਂ ਇਹਦੇ ਵਿੱਚੋਂ ਆਪਣੀ ਜਾਣਕਾਰੀ ਵਧਾ ਸਕਦੇ ਹੋ। ਯਾਨੀ ਕਿ ਗੈਸਟ੍ਰੋਈਜ਼ੋਫੇਜੀਅਲ ਰਿਫਲਕਸ ਡਿਜ਼ੀਜ਼ ਤੇ ਈਸੋਫੇਜੀਅਲ ਅਲਸਰਸ। ਈਸੋਫੇਜੀਅਲ ਦਾ ਮਤਲਬ ਈਸੋਫੇਗਸ ਕਹਿੰਦੇ ਆ ਅਸੀਂ ਆਪਣੇ ਖਾਣੇ ਵਾਲੀ ਪਾਈਪ ਨੂੰ, ਖਾਣੇ ਵਾਲੀ ਨਾਲੀ ਨੂੰ, ਤੇ ਅਲਸਰਸ ਦਾ ਮਤਲਬ ਹੈ ਛਾਲਿਆਂ ਦਾ, ਜੋ ਖਾਣੇ ਵਾਲੀ ਪਾਈਪ ਦੇ ਵਿੱਚ ਛਾਲੇ ਹੋ ਜਾਂਦੇ ਨੇ। ਉਹਨਾਂ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਇਹ ਵੀਡੀਓ ਤੁਹਾਡੇ ਮੂਹਰੇ ਲਿਆਂਦੀ ਗਈ ਹੈ ਈਰੂਡਾਈ ਨਿਊਟ੍ਰੀਸ਼ਨ ਵੱਲੋਂ, ਤੇ ਮੈਂ ਕਵਲਦੀਪ ਸਿੰਘ ਔਜਲਾ ਤੁਹਾਡਾ ਆਪਣਾ ਨਿਊਟ੍ਰੀਸ਼ਨਿਸਟ ਇਸ ਵੀਡੀਓ ਨੂੰ ਤੁਹਾਡੇ ਲਈ ਪ੍ਰੈਜੈਂਟੇਸ਼ਨ ਨੂੰ ਲੈ ਕੇ ਆਇਆ। ਸੋ ਲੈਟਸ ਸਟਾਰਟ। ਸਭ ਤੋਂ ਪਹਿਲੇ ਆਪਾਂ ਡਿਸਕਸ ਕਰੀਏ ਕਿ ਈਸੋਫੇਜਾਈਟਿਸ ਕੀ ਹੁੰਦਾ ਆ। ਈਸੋਫੇਜਾਈਟਿਸ ਦਾ ਮਤਲਬ ਹੈ ਕਿ ਜਦੋਂ ਸਾਡੇ ਖਾਣੇ ਵਾਲੀ ਨਾਲੀ ਦੇ ਵਿੱਚ, ਖਾਣੇ ਵਾਲੇ ਪਾਈਪ ਜਿਹੜਾ ਆ ਈਸੋਫੇਗਸ ਆ, ਉਹਦੇ ਵਿੱਚ ਜਦੋਂ ਕਿਸੇ ਪ੍ਰਕਾਰ ਦੀ ਸੋਜਿਸ਼ ਜਾਂ ਕੁਝ ਸ਼ੁਰੂਆਤੀ ਰੈਸ਼ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹਦੇ ਕਰਕੇ ਜਿੱਦਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆ ਇੱਕ ਨੋਰਮਲ ਈਸੋਫੇਗਸ ਹੈ, ਲੇਕਿਨ ਆ ਈਸੋਫੇਜਾਈਟਿਸ ਹੈ। ਯਾਨੀ ਕਿ ਈਸੋਫੇਜਸ ਦੇ ਅੰਦਰੂਨੀ ਜਿਹੜੀਆਂ ਪਰਤਾਂ ਨੇ ਉਹਦੇ ਵਿੱਚ ਕੁਝ ਪ੍ਰਕਾਰ ਦੀ ਇਨਫਲਾਮੇਸ਼ਨ ਹੋ ਗਈ ਹੈ। ਠੀਕ ਹੈ ਜੀ, ਇਸ ਇਨਫਲਾਮੇਸ਼ਨ ਦੇ ਕਰਕੇ ਇਹਨੂੰ ਅਸੀਂ ਈਸੋਫੇਜਾਈਟਿਸ ਕਹਿੰਦੇ ਆ। ਸੋ ਇਹ ਈਸੋਫੇਗਸ ਦੇ ਵਿੱਚ ਇਹਦਾ ਕੀ ਕਾਰਨ ਹੋ ਸਕਦਾ, ਇਹਦਾ ਕਾਰਨ ਆਪਾਂ ਅੱਗੇ ਵੀ ਡਿਸਕਸ ਕਰਾਂਗੇ, ਠੀਕ ਹੈ। ਲੇਕਿਨ ਇੱਕ ਸਕਾਰਿੰਗ ਤੇ ਕਿਸੇ ਵੀ ਚੀਜ਼ ਨੂੰ ਨਗਾਉਣ 'ਚ ਜਾਂ ਸਵੋਲੋ ਕਰਨ ਦੇ ਵਿੱਚ ਸਾਨੂੰ ਦਿੱਕਤ ਆਉਣੀ, ਕੋਈ ਵੀ ਚੀਜ਼ ਖਾਣ ਤੋਂ ਬਾਅਦ ਸਾਨੂੰ ਛਾਤੀ ਦੇ ਇਸ ਹਿੱਸੇ ਦੇ ਵਿੱਚ ਚੁਭਨ ਜਾਂ ਦਰਦ ਮਹਿਸੂਸ ਹੋਣਾ, ਉਹ ਈਸੋਫੇਜਾਈਟਿਸ ਦੀ ਨਿਸ਼ਾਨੀ ਹੈ। ਸੋ ਆਓ ਦੇਖੀਏ ਕਿ ਈਸੋਫੇਜਾਈਟਿਸ ਦੇ ਕੌਜ਼ ਕੀ ਹੋ ਸਕਦੇ ਨੇ। ਪਹਿਲਾ ਕੌਜ਼ ਤਾਂ ਈਸੋਫੇਜਾਈਟਿਸ ਦਾ ਗਰਡ ਹੋ ਗਿਆ, ਠੀਕ ਹੈ। ਆਉਣ ਵਾਲੀ ਸਲਾਈਡਸ 'ਚ ਆਪਾਂ ਗਰਡ ਨੂੰ ਹੋਰ ਡਿਟੇਲ 'ਚ ਡਿਸਕਸ ਕਰਾਂਗੇ, ਲੇਕਿਨ ਗਰਡ ਹੁੰਦਾ ਹੈ ਗੈਸਟ੍ਰੋਈਜ਼ੋਫੇਜੀਅਲ ਰੀਫਲਕਸ ਡਿਸੀਜ਼, ਯਾਨੀ ਕਿ ਜਦੋਂ ਸਾਡੇ ਪੇਟ ਦੇ ਵਿੱਚ ਮੌਜੂਦ ਐਸਿਡ ਜਿਹੜਾ ਹੈ ਉਹ ਪੇਟ ਤੋਂ ਉੱਪਰ ਨੂੰ ਆਉਣਾ ਸ਼ੁਰੂ ਹੋ ਜਾਏ, ਉਹ ਜਦੋਂ ਪੇਟ ਤੋਂ ਵਾਪਸ ਖਾਣੇ ਵਾਲੀ ਪਾਈਪ ਦੇ ਵਿੱਚ ਆਉਣਾ ਸ਼ੁਰੂ ਹੋ ਜਾਏ, ਉਹਦੇ ਕਰਕੇ ਈਸੋਫੇਜਾਈਟਿਸ ਹੋ ਸਕਦਾ ਹੈ। ਜਾਂ ਫਿਰ ਅਗਰ ਸਾਨੂੰ ਉਲਟੀ ਆਉਂਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਪੇਟ ਦੇ ਵਿੱਚ ਜਿਹੜਾ ਖਾਣਾ ਜਾਂ ਜਿਹੜਾ ਐਸਿਡ ਮੌਜੂਦ ਹੈ ਉਹ ਫੂਡ ਪਾਈਪ ਦੇ ਰਸਤੇ, ਈਸੋਫੇਗਸ ਦੇ ਰਸਤੇ ਅਸੀਂ ਉਲਟੀ ਕਰਕੇ, ਵੋਮਿਟ ਕਰਕੇ ਬਾਹਰ ਕਰ ਦਿੰਦੇ ਹਾਂ। ਉਦੋਂ ਵੀ ਉਸ ਐਸਿਡ ਜਦੋਂ ਸਾਡੇ ਫੂਡ ਪਾਈਪ ਦੇ ਵਿੱਚ ਦੀ ਲੰਘਦਾ ਆ, ਈਸੋਫੇਗਸ ਤੋਂ ਲੰਘਦਾ ਆ, ਉਹਦੇ ਕਰਕੇ ਸਾਨੂੰ ਈਸੋਫੇਜਾਈਟਿਸ ਵੀ ਹੋ ਸਕਦੀ ਹੈ। ਗਲੇ ਦੀ ਖਰਾਸ਼ ਜਾਂ ਗਲਾ ਵੀ ਸਾਡਾ ਸੋਰ ਹੋ ਸਕਦਾ ਹੈ ਉਸ ਐਸਿਡ ਨਾਲ। ਨੈਕਸਟ ਕਾਰਨ ਹੋ ਸਕਦਾ ਹੈ ਕਿ ਅਗਰ ਮੈਡੀਸਨ ਦੇ ਵਿੱਚ ਅਸੀਂ ਐਂਟੀ ਇਨਫਲੈਮੇਟਰੀ ਮੈਡੀਸਨਸ ਜ਼ਿਆਦਾ ਖਾਂਦੇ ਹਾਂ, ਨੋਨ ਸਟੇਰੋਇਡਲ ਐਂਟੀ ਇਨਫਲੈਮੇਟਰੀ ਡਰੱਗਸ ਜਿਵੇਂ ਆਈਬੂਪ੍ਰੋਫਨ ਹੋ ਗਿਆ, ਸੋ ਇਹ ਐਂਟੀ ਇਨਫਲੈਮੇਟਰੀ ਡਰੱਗਸ ਦੇ ਕਰਕੇ ਵੀ ਸਾਨੂੰ ਈਸੋਫੇਜਾਈਟਿਸ ਹੋ ਸਕਦਾ ਹੈ। ਅਤੇ ਲਾਸਟ ਹੋ ਗਿਆ ਕੁਝ ਵਾਇਰਸਿਸ, ਫੰਗਸ ਜਾਂ ਬੈਕਟੀਰੀਆ ਜਾਂ ਯੀਸਟ ਦੇ ਕਰਕੇ ਵੀ ਅਗਰ ਸਾਡੇ ਪੇਟ 'ਚ ਇਨਫੈਕਸ਼ਨ ਰਹਿੰਦੀ ਹੈ ਤਾਂ ਈਸੋਫੇਜਾਈਟਿਸ ਹੋ ਸਕਦਾ ਹੈ। ਜਾਂ ਸਾਡਾ ਇਮਿਊਨ ਸਿਸਟਮ ਅਗਰ ਵੀਕ ਹੈ, ਉਹਦੇ ਕਰਕੇ ਈਜ਼ੀਲੀ ਸਾਡੇ ਪੇਟ ਦੇ ਵਿੱਚ ਅਨਵਾਂਟਡ ਜਿਹੜੇ ਬੈਕਟੀਰੀਆ, ਵਾਇਰਸ ਜਾਂ ਜਿਹੜੇ ਫੰਗਸ ਹੈਗੇ ਨੇ, ਉਹ ਯੀਸਟ ਜਿਹੜੇ ਨੇ ਉਹ ਪੈਦਾ ਹੋ ਸਕਦੇ ਨੇ। ਈਸੋਫੇਜੀਅਲ ਕੈਂਡੀਡਿਆਸਿਸ ਇੱਕ ਬਹੁਤ ਕਾਮਨ ਜਿਹੜੀ ਪ੍ਰੋਬਲਮ ਹੈਗੀ ਆ, ਉਹ ਵੀ ਹੋ ਸਕਦੀ ਆ। ਸੋ ਉਹਦੇ ਕਰਕੇ ਵੀ ਈਸੋਫੇਜਾਈਟਿਸ ਸਾਨੂੰ ਹੋ ਸਕਦਾ।
ਇਸ ਪ੍ਰੋਬਲਮ ਦੇ ਲੱਛਣ ਕੀ ਨੇ? ਇਸ ਪ੍ਰੋਬਲਮ ਦੇ ਲੱਛਣ ਇਹੀ ਨੇ ਕਿ ਸਾਡੇ ਛਾਤੀ ਦੇ ਵਿੱਚ ਚੁਭਨ, ਜਲਨ ਜਾਂ ਦਰਦ ਵਰਗੇ ਜਿਹੜੇ ਸਿੰਪਟਮ ਆ ਉਹ ਰਹਿਣੇ ਸ਼ੁਰੂ ਹੋ ਜਾਂਦੇ ਨੇ। ਸਾਨੂੰ ਛਾਤੀ ਦੇ ਵਿੱਚ ਬਿਲਕੁਲ ਵਿਚਕਾਰ ਦੇ ਵਿੱਚ ਹਮੇਸ਼ਾ ਜਲਨ ਮਹਿਸੂਸ ਹੁੰਦੀ ਰਹਿੰਦੀ ਹੈ। ਇੱਕ ਬਰਨਿੰਗ ਸੈਂਸੇਸ਼ਨ ਜਿਹੜੀ ਹੈ ਉਹ ਸਾਨੂੰ ਛਾਤੀ ਦੇ ਵਿਚਕਾਰ ਹੁੰਦੀ ਹੈ। ਠੀਕ ਹੈ, ਸੋ ਇਹਨੂੰ ਅਸੀਂ ਆਮ ਤੌਰ 'ਤੇ ਹਾਰਟ ਬਰਨ ਵੀ ਕਹਿ ਦਿੰਦੇ ਹਾਂ। ਉੱਦਾਂ ਹਾਰਟ ਨਾਲ ਇਹਦਾ ਕੋਈ ਡਾਇਰੈਕਟ ਲਿੰਕ ਨਹੀਂ ਹੈ, ਲੇਕਿਨ ਕਿਉਂਕਿ ਛਾਤੀ ਦੇ ਵਿੱਚ ਹੁੰਦੀ ਹੈ ਅਤੇ ਕਈ ਵਾਰ ਹਾਰਟ ਪੇਨ ਦੇ ਨਾਲ ਵੀ ਇਹਨੂੰ ਕਨਫਿਊਜ਼ ਕੀਤਾ ਜਾਂਦਾ, ਨਹੀਂ ਤਾਂ ਇਹਨੂੰ ਹਾਰਟ ਬਰਨ ਕਿਹਾ ਜਾਂਦਾ। ਸੋ ਬਾਰ-ਬਾਰ ਐਸਿਡ ਰੀਫਲਕਸ ਹੋਣਾ ਉਹ ਈਸੋਫੇਜਾਈਟਸ ਦੇ ਕਰਕੇ, ਉਹਦੇ ਕਰਕੇ ਈਸੋਫੇਜਾਈਟਸ ਹੋ ਸਕਦਾ ਆ। ਠੀਕ ਹੈ, ਅਤੇ ਛਾਤੀ ਦੇ ਵਿੱਚ ਜਲਨ ਰਹਿਣਾ, ਛਾਤੀ ਵਿੱਚ ਸਾੜ ਪੈਣਾ ਅਤੇ ਕੁਝ ਖਾਣ ਨੂੰ ਮਨ ਨਾ ਕਰਨਾ, ਇਹ ਕੁਝ ਇਹਦੀਆਂ ਕੰਪਲੀਕੇਸ਼ਨਸ ਹੁੰਦੀਆਂ ਨੇ। ਹੁਣ ਆਪਾਂ ਗੱਲ ਕਰਾਂਗੇ ਗਰਡ ਦੇ ਬਾਰੇ। ਸੋ ਗਰਡ ਯਾਨੀ ਕਿ ਗਰਡ ਦੇ ਵਿੱਚ ਕੀ ਕੀ ਸਿੰਪਟਮ ਹੁੰਦੇ ਨੇ? ਸੋ ਪਹਿਲਾ ਸਿੰਪਟਮ ਤਾਂ ਹਾਰਟ ਬਰਨ ਹੋ ਗਿਆ, ਯਾਨੀ ਕਿ ਛਾਤੀ ਦੇ ਵਿਚਕਾਰ ਇਸ ਜਗ੍ਹਾ ਦੇ ਉੱਪਰ ਦਰਦ ਮਹਿਸੂਸ ਕਰਨਾ। ਠੀਕ ਹੈ, ਛਾਤੀ ਦੇ ਸੈਂਟਰ ਦੇ ਵਿੱਚ ਦਰਦ ਮਹਿਸੂਸ ਕਰਨਾ ਜਾਂ ਜਲਨ ਮਹਿਸੂਸ ਕਰਨਾ। ਸੈਕਿੰਡ ਆ ਜਾਂਦਾ ਰਿਗਰਜੀਟੇਸ਼ਨ ਆਫ ਸੋਰ ਫੂਡ, ਯਾਨੀ ਕਿ ਜਦੋਂ ਅਸੀਂ ਖਾਣਾ ਖਾ ਲਿਆ ਅਤੇ ਖੱਟਾ ਫੂਡ ਜਾਂ ਖੱਟੇ ਢਕਾਰ ਜਾਂ ਖੱਟਾ ਫੂਡ ਸਾਡੇ ਗਲੇ ਤੱਕ ਆ ਜਾਂਦਾ ਆ, ਸਾਨੂੰ ਵੋਮਿਟ ਵਰਗਾ ਫੀਲ ਹੁੰਦਾ ਆ ਅਤੇ ਸਾਨੂੰ ਲੱਗਦਾ ਵੀ ਸਾਡੇ ਗਲੇ ਤੱਕ ਜਿਹੜਾ ਸਾਡਾ ਫੂਡ ਸੀ ਉਹ ਵਾਪਸ ਆ ਗਿਆ। ਇਸ ਤੋਂ ਬਾਅਦ ਡਿਫਿਕਲਟੀ ਇਨ ਸਵਾਲੋਇੰਗ ਫੂਡ, ਨੈਚੁਰਲ ਜੀ ਗੱਲ ਹੈ, ਜਦੋਂ ਸਾਡੇ ਈਸੋਫੇਗਸ ਦੇ ਵਿੱਚ ਇਨਫਲਾਮੇਸ਼ਨ ਹੋਏਗੀ ਅਤੇ ਸਾਨੂੰ ਫੂਡ ਸਵਾਲੋ ਕਰਨ 'ਚ, ਨਿਗਾਉਣ 'ਚ ਤਕਲੀਫ ਹੋਏਗੀ। ਸੈਂਸੇਸ਼ਨ ਆਫ ਲੰਪ ਇਨ ਏ ਥਰੋਟ, ਲੰਪ ਯਾਨੀ ਕਿ ਇੱਕ ਤਰ੍ਹਾਂ ਦੀ ਗਿਲਟੀ ਜਾਂ ਰਸੌਲੀ ਟਾਈਪ ਸਾਨੂੰ ਗਲੇ 'ਚ ਮਹਿਸੂਸ ਹੋਣਾ। ਇਹ ਤਾਂ ਹੁੰਦਾ ਹੈ ਕਿਉਂਕਿ ਜਦੋਂ ਉਹ ਪੇਟ ਦਾ ਐਸਿਡ ਬਾਰ-ਬਾਰ ਈਸੋਫੇਗਸ ਰਾਹੀਂ ਉੱਪਰ ਨੂੰ ਗਲੇ ਤੱਕ ਆਉਂਦਾ ਅਤੇ ਉਹਦੇ ਨਾਲ ਸਾਡਾ ਗਲਾ ਵੀ ਖਰਾਬ ਹੁੰਦਾ ਜਾਂ ਗਲਾ ਵੀ ਛਿੱਲਿਆ ਜਾਂਦਾ ਆ। ਠੀਕ ਹੈ, ਸੋ ਗਲਾ ਵੀ ਐਸਿਡ ਦੇ ਨਾਲ ਜਿਹੜਾ ਬਰਨ ਹੋ ਜਾਂਦਾ, ਇਨਫਲਾਮੇਸ਼ਨ ਹੋ ਜਾਂਦੀ ਹੈ, ਜਿਹਦੇ ਕਰਕੇ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ। ਅਤੇ ਲਾਸਟ ਆ ਗਿਆ ਚੈਸਟ ਪੇਨ, ਹਾਰਟ ਬਰਨ ਵੀ ਹੁੰਦਾ ਆ, ਚੈਸਟ ਪੇਨ ਵੀ ਹੁੰਦੀ ਹੈ। ਠੀਕ ਹੈ ਜੀ, ਸੋ ਇਹ ਸਾਰੇ ਜਿਹੜੇ ਨੇ ਗਰਡ ਦੇ ਸਿੰਪਟਮਸ ਨੇ। ਇਸੇ ਪ੍ਰੋਬਲਮ ਨਾਲ ਜੁੜੀਆਂ ਹੋਈਆਂ ਹੋਰ ਕਿਹੜੀਆਂ ਜਿਹੜੀਆਂ ਸਿੰਪਟਮਸ ਨੇ ਜਾਂ ਬਿਮਾਰੀਆਂ ਨੇ ਜਾਂ ਲੱਛਣ ਨੇ? ਸੋ ਪਹਿਲਾ ਹੋ ਗਿਆ ਡਿਸਫੇਜੀਆ, ਯਾਨੀ ਕਿ ਖਾਣਾ ਨਿਗਾਉਣ 'ਚ ਦਿੱਕਤ ਆਉਣਾ, ਜਾਂ ਫਿਰ ਓਡੀਨੋਫੇਜੀਆ, ਯਾਨੀ ਕਿ ਜਦੋਂ ਨਿਗਾਉਂਦੇ ਹਾਂ ਅਤੇ ਉਦੋਂ ਬਹੁਤ ਦਰਦ ਮਹਿਸੂਸ ਕਰਦੇ ਹਾਂ, ਖਾਣਾ ਬਹੁਤ ਦਰਦ ਦੇ ਨਾਲ ਸਾਡੇ ਗਲੇ ਦੇ ਥੱਲੇ ਦੀ ਉਤਰਦਾ ਆ। ਅਗਲੀ ਕੰਪਲੀਕੇਸ਼ਨ ਜਾਂਦੀ ਅਰਲੀ ਸੈਟਾਈਟੀ, ਬਹੁਤ ਜਲਦੀ ਅਸੀਂ ਖਾਣਾ ਰੱਜ ਜੰਨੇ ਹਾਂ, 2 ਬੁਰਕੀਆਂ ਖਾਂਦੇ ਹਾਂ ਰੱਜ ਜੰਨੇ ਹਾਂ, ਜਾਂ 2-3 ਚਮਚ ਦਲੀਏ ਦੇ ਖਾਂਦੇ ਹਾਂ ਅਤੇ ਅਸੀਂ ਭਰਿਆ ਮਹਿਸੂਸ ਕਰਦੇ ਹਾਂ, ਸਾਨੂੰ ਇੱਦਾਂ ਲੱਗਦਾ ਸਾਡਾ ਪੇਟ ਭਰ ਗਿਆ ਆ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਅਪਰ GI ਬਲੀਡ, ਯਾਨੀ ਕਿ ਗੈਸਟਰੋ ਇੰਟੈਸਟਾਈਨਲ ਟਰੈਕ ਦੇ ਉੱਪਰਲੇ ਹਿੱਸੇ ਦੇ ਵਿੱਚ ਕਿਤੇ ਨਾ ਕਿਤੇ ਬਲੀਡ ਹੋਣਾ, ਇਹ ਵੀ ਜਿਹੜਾ ਆ ਗਰਡ ਜਾਂ ਜਿਹੜਾ ਈਸੋਫੇਜਾਈਟਿਸ ਕਰਕੇ ਜਾਂ ਐਸਿਡ ਈਸੋਫੇਜੀਅਲ ਅਲਸਰ ਕਰਕੇ ਇਹ ਚੀਜ਼ ਹੋ ਸਕਦੀ ਹੈ। ਵੋਮਿਟ ਹੋਣਾ। ਇਸ ਤੋਂ ਬਾਅਦ ਆ ਜਾਂਦਾ ਆ ਵੇਟ ਲਾਸ ਹੋਣਾ। ਕਿਉਂਕਿ ਤੁਸੀਂ ਠੀਕ ਤਰੀਕੇ ਨਾਲ ਖਾਣਾ ਨਹੀਂ ਖਾ ਪਾ ਰਹੇ, ਤੁਹਾਨੂੰ ਭੁੱਖ ਨਹੀਂ ਲੱਗ ਰਹੀ, ਤੁਹਾਨੂੰ ਬਹੁਤ ਜਲਦੀ ਖਾਣਾ ਜਿਹੜਾ ਆ ਉਹ ਪੇਟ ਭਰਿਆ ਆਪਣਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ, ਸੋ ਉਹਦੇ ਕਰਕੇ ਵੇਟ ਲਾਸ ਵੀ ਹੋਣਾ ਸ਼ੁਰੂ ਹੋ ਜਾਂਦਾ। ਉਸੇ ਕਰਕੇ ਸਾਨੂੰ ਆਇਰਨ ਦੀ ਕਮੀ ਅਤੇ ਅਨੀਮੀਆ ਯਾਨੀ ਹੈਮੋਗਲੋਬਿਨ ਦੀ ਕਮੀ ਵੀ ਹੋ ਜਾਂਦੀ ਹੈ। ਸੋ ਇਸ ਪ੍ਰੋਬਲਮ ਦੇ 2 ਤਰ੍ਹਾਂ ਦੇ ਇਲਾਜ ਆ। ਪਹਿਲਾ ਤਾਂ ਮੈਡੀਕੇਸ਼ਨ ਹੋ ਗਿਆ ਜੋ ਆਪਾਂ ਇਸ ਵੀਡੀਓ 'ਚ ਡਿਸਕਸ ਕਰਨਾ, ਦੂਸਰਾ ਥੈਰਾਪਿਊਟਿਕ ਡਾਈਟ ਦੇ ਰਾਹੀਂ ਹੋ ਗਿਆ ਜੋ ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ। ਠੀਕ ਹੈ ਜੀ, ਸੋ ਪਹਿਲੇ ਮੈਡੀਸਨ ਦੇਖ ਲਈਏ। ਮੈਡੀਸਨ ਦੇ ਵਿੱਚ ਡਾਕਟਰ ਆਮ ਤੌਰ 'ਤੇ ਸਾਨੂੰ H2RA ਰਿਸੈਪਟਰਸ ਜਿਹੜੇ ਆ, ਹਿਸਟਾਮਿਨ ਬਲੋਕਰਸ ਜਿਹੜੇ ਆ ਉਹ ਸਾਨੂੰ ਦਿੰਦੇ ਨੇ। ਇਹਨਾਂ ਦੇ ਨਾਲ ਬੇਸਿਕਲੀ ਹੁੰਦਾ ਕੀ ਹੈ ਕਿ ਜੋ ਸਾਡੇ ਪੇਟ ਦੇ ਵਿੱਚ ਐਸਿਡ ਬਣ ਰਿਹਾ ਆ ਇਹ ਉਸ ਐਸਿਡ ਨੂੰ ਬਲੋਕ ਕਰਦੇ ਨੇ। ਠੀਕ ਹੈ, ਨੈਕਸਟ ਸਾਡੀ ਕੈਟੇਗਰੀ ਆ ਜਾਂਦੀ ਪ੍ਰੋਟੋਨ ਪੰਪ ਇਨਹਿਬਿਟਰਸ। ਇਹ ਵੀ ਐਸਿਡ ਲੋਅਰਿੰਗ ਡਰੱਗਸ ਹੀ ਨੇ, ਜਿਵੇਂ ਕਿ DSR ਹੋ ਗਿਆ, ਰੈਬੀਪ੍ਰਿਜ਼ੋਲ, ਪੈਂਟਾਪ੍ਰਿਜ਼ੋਲ, ਜਿੰਨੇ ਵੀ ਤਰ੍ਹਾਂ ਦੇ DSR ਆ ਇਹ ਸਾਰੇ ਸੇਮ ਇਸੇ ਤਰੀਕੇ ਨਾਲ ਕੰਮ ਕਰਦੇ ਨੇ। ਸੋ ਮੈਡੀਕੇਸ਼ਨ ਦੇ ਵਿੱਚ ਇਸ ਚੀਜ਼ ਨੂੰ ਟਰੀਟ ਕਰਨ ਦਾ ਇਹੀ ਤਰੀਕਾ ਆ ਕਿ ਐਸਿਡ ਨੂੰ ਸਿਕਰੀਟ ਕਰਨ ਤੋਂ, ਜ਼ਿਆਦਾ ਐਸਿਡ ਨੂੰ ਸਿਕਰੀਟ ਕਰਨ ਤੋਂ ਰੋਕਿਆ ਜਾਵੇ। ਜ਼ਿਆਦਾ ਐਸਿਡ ਸਿਕਰੀਟ ਨਹੀਂ ਹੋਏਗਾ ਅਤੇ ਉਹ ਫੂਡ ਪਾਈਪ ਦੇ ਵਿੱਚ ਨਹੀਂ ਆਏਗਾ। ਸੋ ਇਹ ਮੰਨਿਆ ਜਾਂਦਾ। ਅਗਰ ਪ੍ਰੋਟੋਕੋਲ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ H2RA ਅਤੇ PPIs ਦੀ ਜਿਹੜੀ ਪਾਵਰ ਆ ਉਹ ਵੱਧਦੀ ਜਾਂਦੀ ਹੈ ਅਗਰ ਸਾਨੂੰ ਫਰਕ ਨਾ ਪੈ ਰਿਹਾ ਹੋਵੇ। ਸੋ ਹਰ ਵਾਰ ਸਟਰੋਂਗ ਮੈਡੀਕੇਸ਼ਨ ਸਾਨੂੰ ਦਿੱਤੀ ਜਾਂਦੀ ਹੈ। ਠੀਕ ਹੈ, ਲੇਕਿਨ ਆਪਾਂ ਮੈਡੀਸਨ ਬਾਰੇ ਗੱਲ ਨਹੀਂ ਕਰਨੀ, ਆਪਾਂ ਗੱਲ ਕਰਨੀ ਹੈ ਡਾਈਟ ਬਾਰੇ। ਸੋ ਆਪਾਂ ਉਹਦੇ 'ਤੇ ਫੋਕਸ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਡਾਈਟ ਬਾਰੇ ਡਿਸਕਸ ਕਰੀਏ, ਮੈਂ ਤੁਹਾਡੇ ਨਾਲ 2 ਬਹੁਤ ਜ਼ਰੂਰੀ ਚੀਜ਼ਾਂ ਗਰਡ ਦੇ ਬਾਰੇ ਡਿਸਕਸ ਕਰਨੀਆਂ ਚਾਹੁੰਦਾ ਹਾਂ, ਈਸੋਫੇਜੀਅਲ ਅਲਸਰ ਅਤੇ ਗਰਡ ਦੇ ਬਾਰੇ। ਸੋ ਪਹਿਲੀ ਚੀਜ਼ ਤਾਂ ਇਹ ਹੋ ਗਈ ਕਿ ਦੇਖੋ, ਚਾਹੇ ਆਪਾਂ ਮੰਨ ਲਈਏ ਕਿ ਪੇਸ਼ੈਂਟ ਨੂੰ ਗਰਡ ਹੋ ਗਿਆ, ਯਾਨੀ ਕਿ ਪੇਸ਼ੈਂਟ ਆਲਰੇਡੀ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਆ ਕਿ ਪੇਸ਼ੈਂਟ ਨੂੰ ਗਰਡ ਹੋ ਗਿਆ, ਉਸ ਗਰਡ ਹੋਣ ਨਾਲ ਹੋਏਗਾ ਕੀ ਹੋਏਗਾ? ਇਹ ਕਿ ਪੇਸ਼ੈਂਟ ਦੀ ਬੋਡੀ ਵੀਕ ਹੋ ਜਾਏਗੀ। ਕਿਉਂ ਵੀਕ ਹੋ ਜਾਏਗੀ? ਕਿਉਂਕਿ ਗਰਡ ਦੇ ਕਰਕੇ ਉਹ ਤੋਂ ਠੀਕ ਤਰੀਕੇ ਨਾਲ ਖਾਣਾ ਨਹੀਂ ਖਾਧਾ ਜਾ ਰਿਹਾ, ਗਰਡ ਦੇ ਕਰਕੇ ਉਹਨੂੰ ਖਾਣਾ ਭੁੱਖ ਨਹੀਂ ਲੱਗ ਰਹੀ, ਖਾਣਾ ਨਹੀਂ ਖਾ ਹੋ ਰਿਹਾ, ਵਜਨ ਘਟ ਰਿਹਾ, ਅਨੀਮੀਆ ਹੋ ਰਿਹਾ ਹੈ।
ਇਹ ਸਾਰੀਆਂ ਦਿੱਕਤਾਂ। ਸੋ ਉਹਦੀ ਬੋਡੀ ਕਮਜ਼ੋਰ ਹੋ ਰਹੀ ਹੈ, ਉਹਦੀ ਇਮਿਊਨਿਟੀ ਡਾਊਨ ਜਾ ਰਹੀ ਹੈ। ਇਮਿਊਨਿਟੀ ਡਾਊਨ ਜਾਂ ਬੋਡੀ ਕਮਜ਼ੋਰ ਹੋਣ ਨਾਲ ਕੀ ਹੋਏਗਾ, ਸਾਡੇ ਸਰੀਰ ਦੇ ਵਿੱਚ ਪ੍ਰੋਟੀਨਸ ਦੇ, ਪੋਟੈਸ਼ੀਅਮ ਦੇ, ਇਲੈਕਟ੍ਰੋਲਾਈਟਸ ਦੇ, ਐਂਜ਼ਾਈਮਸ ਦੇ ਇਹ ਲੈਵਲ ਜਿਹੜੇ ਨੇ ਸਾਡੀ ਬੋਡੀ ਵਿੱਚੋਂ ਘਟ ਜਾਣਗੇ। ਸਾਡੀ ਬੋਡੀ ਵਿੱਚ ਹੌਲੀ ਹੌਲੀ ਇਹਨਾਂ ਚੀਜ਼ਾਂ ਦੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਏਗੀ। ਠੀਕ ਹੈ, ਜਦੋਂ ਇਹਨਾਂ ਚੀਜ਼ਾਂ ਦੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਏਗੀ ਤਾਂ ਸਾਡਾ ਸਟਮਕ ਦਾ ਐਸਿਡ ਵੀਕ ਸਟਮਕ ਐਸਿਡ ਬਣੇਗਾ। ਹਜੇ ਜਸਟ ਫਿਲਹਾਲ ਵਾਸਤੇ ਮੈਂ ਚਾਹੁੰਦਾ ਵੀ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰ ਦਿਓ। ਇਹ ਜਿਹੜੇ H2RA ਤੇ PPI ਮੈਡੀਕੇਸ਼ਨ ਆ, ਆਪਾਂ ਇਹਨੂੰ ਹਜੇ ਕੰਸੀਡਰੇਸ਼ਨ 'ਚ ਨਹੀਂ ਲੈਂਦੇ। ਹਜੇ ਆਪਾਂ ਸਿਰਫ ਕੰਸੀਡਰੇਸ਼ਨ 'ਚ ਲਿਆਇਆ ਵੀ ਬੰਦੇ ਨੂੰ ਗਰਡ ਆ, ਉਹਦੇ ਕਰਕੇ ਉਹ ਤੋਂ ਖਾਣਾ ਨਹੀਂ ਖਾ ਹੋ ਰਿਹਾ, ਉਹਦੇ ਕਰਕੇ ਉਹਦੇ ਸਟਮਕ ਐਸਿਡ ਕਮਜ਼ੋਰ ਹੋ ਰਹੇ ਆ। ਠੀਕ ਹੈ, ਕਿਉਂਕਿ ਉਹਨੂੰ ਸਹੀ ਤਰੀਕੇ ਨਾਲ ਵਿਟਾਮਿਨ, ਮਿਨਰਲ, ਪ੍ਰੋਟੀਨ ਨਹੀਂ ਮਿਲ ਪਾ ਰਿਹਾ। ਜਦੋਂ ਸਟਮਕ ਐਸਿਡ ਵੀਕ ਹੋ ਜਾਣਗੇ ਤੇ ਉਹ ਖਾਣਾ ਠੀਕ ਤਰੀਕੇ ਨਾਲ ਡਾਈਜੈਸਟ ਨਹੀਂ ਕਰ ਪਾਊਗਾ। ਜਦੋਂ ਠੀਕ ਤਰੀਕੇ ਨਾਲ ਖਾਣਾ ਨਹੀਂ ਡਾਈਜੈਸਟ ਕੀਤਾ ਤੇ ਉਹਦੀ ਬੋਡੀ ਕਮਜ਼ੋਰ ਹੋ ਜਾਏਗੀ। ਸੋ ਇਹ ਇੱਕ ਸਾਈਕਲ ਦੇ ਵਿੱਚ ਅਸੀਂ ਫਸ ਗਏ। ਇਹ ਸਾਈਕਲ ਦੇ ਵਿੱਚ ਅਸੀਂ ਫਸ ਗਏ ਕਿ ਕਮਜ਼ੋਰ ਸਰੀਰ ਹੈ, ਕਮਜ਼ੋਰ ਘੱਟ ਉਹਦੇ ਵਿੱਚ ਪ੍ਰੋਟੀਨ ਤੇ ਐਂਜ਼ਾਈਮਸ ਤੇ ਪੋਟੈਸ਼ੀਅਮ ਘੱਟ ਆ ਰਿਹਾ, ਘੱਟ ਪਚ ਰਿਹਾ, ਉਹਨੂੰ ਸਟਮਕ ਐਸਿਡ ਕਮਜ਼ੋਰ ਹੋ ਗਿਆ। ਸਟਮਕ ਐਸਿਡ ਕਮਜ਼ੋਰ ਹੋਣ ਕਰਕੇ ਪਾਚਨ ਸ਼ਕਤੀ ਜਿਹੜੀ ਹੈ ਉਹ ਵੀ ਸਾਡੀ ਡਾਊਨ ਚਲੇਗੀ, ਪਾਚਨ ਸ਼ਕਤੀ ਵੀ ਖਰਾਬ ਹੋ ਗਈ। ਸੋ ਇਹ ਇਸ ਤਰੀਕੇ ਦਾ ਇੱਕ ਸਾਈਕਲ ਬਣ ਗਿਆ ਆ ਜਿਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਆ। ਹੁਣ ਇਸ ਸਾਈਕਲ ਦੇ ਵਿੱਚ ਦਵਾਈਆਂ ਦਾ ਕੀ ਰੋਲ ਹੈ? ਹੁਣ ਆਓ ਦਵਾਈਆਂ ਦਾ ਰੋਲ ਦੇਖੀਏ। ਸੋ ਆਪਾਂ ਮੰਨ ਲਈਏ ਵੀ ਕਿਸੇ ਵਿਅਕਤੀ ਨੂੰ ਗਰਡ ਦੀ ਪ੍ਰੋਬਲਮ ਨਹੀਂ ਵੀ ਹੈਗੀ, ਮੰਨ ਲਓ ਕਿਸੇ ਹੋਰ ਰੀਜ਼ਨ ਦੇ ਕਰਕੇ ਉਹਦੀ ਬੋਡੀ 'ਚ ਕਮਜ਼ੋਰੀ ਆ ਗਈ ਹੈ, ਜਿਹਦੇ ਕਰਕੇ ਉਹਦੀ ਖੁਰਾਕ ਘਟ ਗਈ ਹੈ। ਖੁਰਾਕ ਘਟਣ ਦੇ ਨਾਲ ਉਹਦੇ ਸਰੀਰ 'ਚ ਪ੍ਰੋਟੀਨ, ਐਂਜ਼ਾਈਮ, ਪੋਟੈਸ਼ੀਅਮ ਦਾ ਲੈਵਲ ਵੀ ਘਟ ਗਿਆ ਆ। ਅਗਰ ਉਹ ਵਿਅਕਤੀ H2RA ਜਾਂ ਪ੍ਰੋਟੋਨ ਪੰਪ ਇਨਹਿਬਿਟਰਸ ਲੈਣਾ ਸ਼ੁਰੂ ਕਰ ਦਿੰਦਾ ਆ ਬਿਨਾਂ ਆਪਣੇ ਡਾਕਟਰ ਨੂੰ ਕੰਸਲਟ ਕੀਤੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਐਸਿਡਿਟੀ ਦੀ ਜਾਂ ਪੇਟ ਦੀ ਸਮੱਸਿਆ ਹੈਗੀ ਆ, ਉਹ ਬਿਨਾਂ ਪ੍ਰੋਪਰ ਟਰੀਟਮੈਂਟ ਜਾਂ ਬਿਨਾਂ ਡਾਕਟਰ ਨੂੰ ਕੰਸਲਟ ਕੀਤੇ ਆਪਣੀ ਮਰਜ਼ੀ ਦੇ ਨਾਲ ਹੀ ਐਂਟਾਐਸਿਡ ਖਾਣੇ ਸ਼ੁਰੂ ਕਰ ਦਿੰਦੇ ਨੇ ਜਾਂ DSR ਮੈਡੀਸਨ ਖਾਣੀ ਸ਼ੁਰੂ ਕਰ ਦਿੰਦੇ ਨੇ। ਸੋ ਮੈਂ ਤਾਂ ਕਾਫੀ ਸਾਰੇ ਕੇਸਿਸ ਇੱਦਾਂ ਦੇ ਵੀ ਦੇਖੇ ਨੇ ਵੀ ਸਵੇਰੇ ਉੱਠ ਕੇ ਪਹਿਲਾਂ DSR ਖਾ ਲੈਣੀ ਹੈ ਤੇ ਨਾਲ ਹੀ ਫਿਰ ਆਪਾਂ ਚਾਹ ਦਾ ਕੱਪ ਪੀ ਲੈਣਾ, ਯਾਨੀ ਕਿ ਪਹਿਲਾਂ ਐਸਿਡ ਤੋਂ ਬਚਣ ਵਾਲੀ ਦਵਾਈ ਤੇ ਮੁੜ ਕੇ ਐਸਿਡ ਕਰਨ ਵਾਲੀ ਚੀਜ਼ ਜਿਹੜੀ ਹੈ ਉਹ ਨਾਲੋਂ ਨਾਲ ਇਕੱਠੇ ਹੀ ਲਈ ਜਾਣੀ, ਜੋ ਕਿ ਬਹੁਤ ਗਲਤ ਚੀਜ਼ ਹੈ। ਠੀਕ ਹੈ, ਸੋ ਅਗਰ ਅਸੀਂ ਇਹ ਮੈਡੀਕੇਸ਼ਨਸ ਖਾਂਦੇ ਆ ਉਹਦੇ ਨਾਲ ਹੋਏਗਾ ਕੀ, ਉਹਦੇ ਨਾਲ ਸਾਡੇ ਪੇਟ ਦਾ ਐਸਿਡ ਵੀਕ ਹੋ ਜਾਏਗਾ। ਪੇਟ ਦਾ ਐਸਿਡ ਵੀਕ ਹੋਣ ਦੇ ਨਾਲ ਸਾਡੀ ਡਾਈਜੈਸ਼ਨ ਦੀ ਸ਼ਕਤੀ, ਸਾਡੀ ਪਾਚਨ ਸ਼ਕਤੀ ਘਟ ਜਾਏਗੀ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ। ਕਮਜ਼ੋਰ ਹੋ ਜਾਵਾਂਗੇ ਤਾਂ ਵਿਟਾਮਿਨ, ਮਿਨਰਲ, ਪ੍ਰੋਟੀਨ, ਪੋਟੈਸ਼ੀਅਮ ਦਾ ਲੈਵਲ ਹੋਰ ਘਟ ਜਾਏਗਾ, ਸਟਮਕ ਐਸਿਡ ਫਿਰ ਵੀਕ ਹੋ ਜਾਏਗਾ। ਯਾਨੀ ਕਿ ਇਹ ਦਵਾਈਆਂ ਨੂੰ ਹੀ ਅਗਰ ਅਸੀਂ ਅਬਿਊਜ਼ ਕਰਨਾ ਸ਼ੁਰੂ ਕਰ ਦਿੱਤਾ, ਅਗਰ ਐਕਸੈਸ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਉਹਦੇ ਕਰਕੇ ਵੀ ਸਾਨੂੰ ਆਹ ਪ੍ਰੋਬਲਮ ਹੋ ਸਕਦੀ ਆ। ਸੋ ਬਿਨਾਂ ਮਤਲਬ ਤੋਂ ਗੈਸ ਵਾਲੀਆਂ ਦਵਾਈਆਂ ਜਾਂ DSR, ਪੈਂਟਾਸਿਡ ਖਾਣ ਦੇ ਕਰਕੇ ਵੀ ਅਸੀਂ ਆਪਣੀ ਜਿਹੜੀ ਹੈ ਸਿਹਤ ਨੂੰ ਖਰਾਬ ਕਰ ਸਕਦੇ ਹਾਂ। ਸੋ ਅਗਰ ਸਾਨੂੰ ਐਸਿਡਿਟੀ ਹੁੰਦੀ ਹੈ ਤਾਂ ਸਾਨੂੰ ਕਰਨਾ ਕੀ ਚਾਹੀਦਾ? ਸਾਨੂੰ ਕਰਨਾ ਚਾਹੀਦਾ ਵੀ ਅਸੀਂ ਇਸ ਚੀਜ਼ ਨੂੰ ਫਿਕਸ ਕਰਨਾ ਆ, ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਨੂੰ ਕਮੀ ਨਹੀਂ ਆਉਣ ਦੇਣੀ, ਬੋਡੀ 'ਚ ਪ੍ਰੋਟੀਨ, ਐਂਜ਼ਾਈਮ, ਪੋਟੈਸ਼ੀਅਮ ਦੀ ਕਮੀ ਨਹੀਂ ਆਉਣ ਦੇਣੀ, ਤਾਂ ਕਿ ਸਾਡਾ ਸਟਮਕ ਐਸਿਡ ਸਟਰੋਂਗ ਬਣੇ, ਕਮਜ਼ੋਰ ਨਾ ਬਣੇ। ਸਟਰੋਂਗ ਸਟਮਕ ਐਸਿਡ ਬਣੂਗਾ, ਸਾਨੂੰ ਪਾਚਨ ਸ਼ਕਤੀ ਦੀ ਸਮੱਸਿਆ ਨਹੀਂ ਆਊਗੀ ਤੇ ਅਸੀਂ ਇਸ ਜਿਹੜਾ ਸਾਈਕਲ ਆ ਇਹਨੂੰ ਤੋੜ ਪਾਵਾਂਗੇ ਤੇ ਸਾਨੂੰ ਜਨਰਲ ਵੀਕਨੈਸ ਨਹੀਂ ਰਹੂਗੀ, ਸਾਡੀ ਬੋਡੀ ਗੁੱਡ ਹੋ ਜਾਊਗੀ। ਠੀਕ ਹੈ, ਸੋ ਇੱਕ ਥੋੜਾ ਜਿਹਾ ਲੂਪ ਦੇ ਵਿੱਚ ਅਸੀਂ ਫਸ ਜੰਨੇ ਆ, ਉਸ ਲੂਪ ਦੇ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਹੈ। ਨੈਕਸਟ ਸਲਾਈਡ ਦੇ ਵਿੱਚ ਅਸੀਂ ਇੱਕ ਹੋਰ ਬੜੀ ਮੇਜਰ ਚੀਜ਼ ਜਿਹੜੀ ਆ ਉਹ ਡਿਸਕਸ ਕਰਾਂਗੇ ਕਿ ਚਲੋ ਆਪਾਂ ਇਹ ਤਾਂ ਦੇਖ ਲਿਆ ਕਿ ਅਗਰ ਸਾਨੂੰ ਐਸਿਡਿਟੀ ਹੁੰਦੀ ਹੈ ਜਾਂ ਅਸੀਂ ਲੋੜ ਤੋਂ ਜ਼ਿਆਦਾ ਐਸਿਡਿਟੀ ਨੂੰ ਰੋਕਣ ਵਾਲੀਆਂ ਮੈਡੀਸਿਨਸ ਖਾਂਦੇ ਆ ਤੇ ਉਹਦੇ ਕਰਕੇ ਜਾਂ ਬੈਕਟੀਰੀਆ, ਵਾਇਰਸ, ਫੰਗਸ ਦੀ ਇਨਫੈਕਸ਼ਨ ਦੇ ਕਰਕੇ, ਪੇਟ ਦੀ ਖਰਾਬੀ ਕਰਕੇ ਸਾਡੇ ਈਸੋਫੇਗਸ 'ਚ ਅਲਸਰ ਹੋ ਸਕਦਾ ਆ। ਲੇਕਿਨ ਰੀਫਲਕਸ ਦਾ ਅਸਲੀ ਕਾਰਨ ਸਾਨੂੰ ਹਜੇ ਤੱਕ ਸਮਝ ਨਹੀਂ ਲੱਗਾ। ਸੋ ਰੀਫਲਕਸ ਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਫੈਕਟਰ ਆ ਉਹ ਇਹ ਵੀ ਹੈ ਜਿਹਨੂੰ ਅਸੀਂ ਕਹਿੰਦੇ ਆ ਹਾਈਪੋਕਲੋਰੀਡਰੀਆ, ਯਾਨੀ ਕਿ ਪੇਟ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਤੇਜ਼ਾਬ ਬਣਨਾ, ਐਸਿਡ ਬਣਨਾ। ਹੁਣ ਦੇਖੋ ਸਾਨੂੰ ਇਹ ਤਾਂ ਪਤਾ ਹੀ ਆ ਕਿ ਪੇਟ ਵਿੱਚ ਐਸਿਡ ਹੋਣਾ ਬਹੁਤ ਜ਼ਰੂਰੀ ਹੈ। ਪੇਟ ਵਿੱਚ ਐਸਿਡ ਹੋਊਗਾ ਤਾਂ ਖਾਣਾ ਪਚੂਗਾ, ਨਹੀਂ ਤਾਂ ਖਾਣਾ ਨਹੀਂ ਪਚੂਗਾ, ਸਾਨੂੰ ਬਦਹਜ਼ਮੀ ਹੋਊਗੀ। ਸੋ ਕਈ ਵਾਰ ਸਰੀਰ 'ਚ ਕਮਜ਼ੋਰੀ ਕਰਕੇ, ਵੀਕਨੈਸ ਕਰਕੇ ਜਾਂ ਕਿਸੇ ਰੀਜ਼ਨ ਕਰਕੇ ਅਸੀਂ ਖੁਰਾਕ ਨਹੀਂ ਖਾ ਪਾ ਰਹੇ ਕੁਝ ਸਮੇਂ ਤੋਂ ਚੱਜ ਨਾਲ, ਜਾਂ ਸਾਡੀ ਡਾਈਟ ਗੁੱਡ ਨਹੀਂ ਹੈ, ਸਾਡਾ ਲਾਈਫ ਸਟਾਈਲ ਗੁੱਡ ਨਹੀਂ ਹੈ, ਤਾਂ ਸਾਡੇ ਸਟਮਕ ਦਾ ਜਿਹੜਾ ਪੇਟ ਦਾ ਤੇਜ਼ਾਬ ਆ ਇਹ ਕਮਜ਼ੋਰ ਪੈ ਜਾਂਦਾ।
ਜਦੋਂ ਕਮਜ਼ੋਰ ਪੈ ਜਾਂਦਾ ਹੈ ਤੇ ਸਾਡੀ ਬੋਡੀ ਦਾ ਇੱਕ ਨੈਚੁਰਲ ਫਿਨੋਮੀਨਾ ਹੈ ਕਿ ਮੰਨ ਲਓ ਅਸੀਂ ਕੁਝ ਖਾਣਾ ਖਾਧਾ, ਸਾਡੇ ਸਰੀਰ ਦੇ ਵਿੱਚ ਹੌਲੀ ਹੌਲੀ ਐਸਿਡ ਬਣਨਾ ਸ਼ੁਰੂ ਹੋ ਗਿਆ। ਅਗਰ ਇਹ ਐਸਿਡ ਸਟਰੋਂਗ ਐਸਿਡ ਬਣੇਗਾ, ਜੋ ਕਿ ਨਾਰਮਲ ਕੇਸ 'ਚ ਹੁੰਦਾ, ਇਸ ਸਟਰੋਂਗ ਐਸਿਡ ਨੇ ਸਿਗਨਲ ਭੇਜਣਾ ਆ ਇਸ ਜਗ੍ਹਾ ਦੇ ਉੱਪਰ, ਠੀਕ ਹੈ, ਜਿਹਨੂੰ ਅਸੀਂ ਕਹਿੰਦੇ ਆ LES, ਲੋਅਰ ਈਸੋਫੇਜੀਅਲ ਸਫਿੰਕਟਰ। LES ਨੂੰ ਮੈਸੇਜ ਭੇਜ ਕੇ ਇਹਨੇ ਇਸ ਜਗ੍ਹਾ ਨੂੰ, ਸਫਿੰਕਟਰ ਨੂੰ ਕਲੋਜ਼ ਕਰ ਦੇਣਾ ਹੈ। ਥੋੜਾ ਜਿਹਾ ਜ਼ੂਮ ਇਨ ਕਰਕੇ ਦੇਖੀਏ ਆਪਾਂ। ਸਾਡੇ ਫੂਡ ਪਾਈਪ ਦੇ ਉੱਪਰਲੇ ਹਿੱਸੇ 'ਚ ਇੱਕ ਸਫਿੰਕਟਰ ਆ। ਸਫਿੰਕਟਰ ਦਾ ਮਤਲਬ ਹੁੰਦਾ ਵਾਲਵ, ਠੀਕ ਹੈ। ਆ ਫੂਡ ਪਾਈਪ ਜਾ ਰਿਹਾ, ਇਹਦੇ ਵਿੱਚ ਇੱਕ ਵਾਲਵ ਆ ਜਿਹੜਾ ਇਸ ਚੀਜ਼ ਨੂੰ ਕਲੋਜ਼ ਕਰਦਾ ਆ, ਠੀਕ ਹੈ। ਉਹ ਵਾਲਵ ਜਦੋਂ ਖਾਣਾ ਅੰਦਰ ਜਾਂਦਾ ਉਦੋਂ ਓਪਨ ਹੋ ਜਾਂਦਾ ਆ, ਠੀਕ ਹੈ। ਤੇ ਜਦੋਂ ਖਾਣਾ ਜਿਹੜਾ ਆ ਉਹ ਖਾਣਾ ਓਪਨ ਹੋਣ ਲਈ ਰਸਤਾ ਹੈ, ਠੀਕ ਹੈ, ਲੇਕਿਨ ਬਾਅਦ ਦੇ ਵਿੱਚ ਜਿਹੜਾ ਆ ਉਹ ਬੰਦ ਹੋ ਜਾਂਦਾ, ਠੀਕ ਹੈ। ਸੋ ਅਗਰ ਸਾਡੇ ਪੇਟ ਦਾ ਐਸਿਡ ਸਟਰੋਂਗ ਆ ਤੇ ਉਹ ਸਟਰੋਂਗ ਐਸਿਡ ਜਿਹੜਾ ਆ ਸਿੱਧਾ ਇਸ ਮਸਲ ਤੇ ਕੰਮ ਕਰੇਗਾ ਜਾ ਕੇ ਤੇ ਵਾਲਵ ਨੂੰ ਕਲੋਜ਼ ਕਰ ਦੇਗਾ। ਲੇਕਿਨ ਅਗਰ ਸਾਡੇ ਪੇਟ ਦਾ ਐਸਿਡ ਵੀਕ ਆ, ਵੀਕ ਸਟਮਕ ਐਸਿਡ ਜਿਹੜਾ ਹੈ, ਕਮਜ਼ੋਰ ਸਟਮਕ ਐਸਿਡ ਜਿਹੜਾ ਹੈ, ਉਹ ਇਸ ਵਾਲਵ ਨੂੰ ਬੰਦ ਨਹੀਂ ਕਰ ਪਾਉਂਦਾ, ਜਿਹਦੇ ਕਰਕੇ ਇਹ ਵਾਲਵ ਖੁੱਲ੍ਹਾ ਰਹਿ ਜਾਂਦਾ ਤੇ ਅਸੀਂ ਜਿਹੜੀ ਵੀ ਚੀਜ਼ ਖਾਂਦੇ ਆ ਉਹ ਆਸਾਨੀ ਨਾਲ ਉੱਪਰ ਨੂੰ ਸਾਡੇ ਫੂਡ ਪਾਈਪ ਦੇ ਵਿੱਚ ਆ ਜਾਂਦੀ ਹੈ, ਠੀਕ ਹੈ। ਸੋ ਜਿਹਦੇ ਕਰਕੇ ਸਾਨੂੰ ਬਲੋਟਿੰਗ ਜਾਂ ਇਨਡਾਈਜੈਸ਼ਨ ਜਾਂ GI ਇਨਫੈਕਸ਼ਨ, ਖਾਣੇ ਦਾ ਸਲੋ ਮੂਵਮੈਂਟ ਹੋਣਾ, ਬਹੁਤ ਜਲਦੀ ਭਰਿਆ ਫੀਲ ਕਰਨਾ ਜਾਂ ਉਲਟੀ ਆਉਣੀ, ਜਾਂ ਸਾਨੂੰ ਖੱਟੇ ਟਕਾਰ ਕਾਫੀ ਲੰਬੇ ਸਮੇਂ ਤੱਕ ਆਉਂਦੇ ਰਹਿੰਦੇ ਨੇ, ਜਾਂ ਬਹੁਤ ਸਾਰੀ ਸਿੰਪਲ ਟਕਾਰ ਸਾਨੂੰ ਆਉਂਦੇ ਰਹਿੰਦੇ ਨੇ। ਖਾਣਾ ਖਾਣ ਤੋਂ ਬਾਅਦ ਸਾਨੂੰ ਬੈਲਚਿੰਗ ਸ਼ੁਰੂ ਹੋ ਜਾਂਦੀ, ਠੀਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ ਅਸੀਂ ਕੰਟਰੋਲ 'ਚ ਰੱਖਣੀਆਂ ਨੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਆ ਕਿ ਫੂਡਸ ਤੇ ਲਾਈਫ ਸਟਾਈਲ ਤੇ ਡਾਈਟ ਕਿਹੋ ਜਿਹਾ ਹੋਵੇ ਤਾਂ ਕਿ ਆਪਾਂ ਇਸ ਪ੍ਰੋਬਲਮ ਨੂੰ ਕੰਟਰੋਲ ਕਰ ਸਕੀਏ। ਸੋ ਦੋਸਤੋ, ਤੁਸੀਂ ਪ੍ਰੈਜੈਂਟੇਸ਼ਨ ਦੇਖ ਲਈ। ਆਪਾਂ ਇਹ ਚੀਜ਼ਾਂ ਡਿਸਕਸ ਕਰ ਲਈਆਂ ਨੇ ਕਿ ਸਾਨੂੰ ਈਸੋਫੇਜੀਅਲ ਅਲਸਰ ਜਾਂ ਈਸੋਫੇਜਾਈਟਿਸ ਜਾਂ ਗਰਡ ਦੀ ਪ੍ਰੋਬਲਮ ਕਿੱਦਾਂ ਹੁੰਦੀ ਆ, ਕਿਉਂ ਹੁੰਦੀ ਆ, ਉਹਦੇ ਕਾਰਨ ਕੀ ਨੇ, ਉਹਦੇ ਲੱਛਣ ਕੀ ਨੇ, ਤੇ ਡਾਕਟਰ ਵੱਲੋਂ ਟ੍ਰੀਟਮੈਂਟ ਦੇ ਵਿੱਚ ਸਾਨੂੰ ਕੀ ਮੈਡੀਸਨ ਆਪਸ਼ਨ ਦਿੱਤੇ ਜਾਂਦੇ ਨੇ। ਪਰ ਕੀ ਇਹ ਆਪਸ਼ਨਸ ਦੇ ਨਾਲ ਸਾਡਾ ਮਸਲਾ ਹੱਲ ਹੋ ਜਾਂਦਾ ਆ? ਜੀ ਨਹੀਂ, ਸਾਨੂੰ ਫੋਲੋ ਕਰਨੀ ਪਏਗੀ ਪ੍ਰੋਪਰ ਡਾਈਟ। ਉਸ ਡਾਈਟ ਵਾਸਤੇ ਜੁੜੇ ਰਹੋ ਚੈਨਲ ਨਾਲ, ਕਿਉਂਕਿ ਡਾਈਟ ਵਾਲੀ ਜਿਹੜੀ ਹੈ ਸਾਰੇ ਪ੍ਰੋਟੋਕੋਲ ਗਰਡ ਤੇ ਈਸੋਫੇਜੀਅਲ ਅਲਸਰ ਦੇ, ਉਹ ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰਨੇ ਨੇ। ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਇੱਕ ਡਾਈਟ ਚਾਰਟ ਵੀ ਦੇਣਾ ਹੈ ਆਪਣੀ ਪ੍ਰੋਬਲਮ ਨੂੰ ਨੈਚੁਰਲੀ, ਕੁਦਰਤੀ ਤੌਰ ਤੇ ਠੀਕ ਕਰਨ ਵਾਸਤੇ। ਸੋ ਇਸ ਵਾਸਤੇ ਚੈਨਲ ਨਾਲ ਜੁੜੇ ਰਹੋ, ਆਪਣੀ ਸਿਹਤ ਦਾ ਰੱਖੋ ਖਿਆਲ। ਧੰਨਵਾਦ।